ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਜਸਮੀਤ ਭਾਟੀਆ ਔਰ ਅੱਜ ਕਾਫੀ ਇੰਪੋਰਟੈਂਟ ਟੌਪਿਕ ਤੇ ਗੱਲ ਕਰਾਂਗੇ। ਜਿਵੇਂ ਕਿ ਜਦੋਂ ਵੀ ਮੈਂ ਲਾਈਵ ਸ਼ੋਜ਼ ਕਰਦਾ ਤਾਂ ਬਹੁਤ ਸਾਰੇ ਸਟੂਡੈਂਟਸ ਦੀ ਕੁਐਰੀ ਹੁੰਦੀ ਹੈ ਕਿ ਸਪਾਊਸ ਡਿਪੈਂਡੈਂਟ ਵੀਜ਼ਾ ਬਾਰੇ ਡਿਸਕਸ਼ਨ ਕੀਤੀ ਜਾਵੇ, ਖਾਸ ਕਰਕੇ ਕੈਨੇਡਾ ਨੂੰ ਲੈ ਕੇ। ਸੀ ਕੈਨੇਡਾ ਸਟੂਡੈਂਟ ਵੀਜ਼ਾ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ SDS ਸਟਰੀਮ ਦੇ ਅੰਡਰ ਚੇਂਜਸ ਲਿਆਂਦੇ ਗਏ, ਉੱਦਾਂ ਹੀ ਜਿਵੇਂ ਓਪਨ ਸਪਾਊਸ ਵਰਕ ਪਰਮਿਟ ਹੈ ਜਾਂ ਓਪਨ ਵਰਕ ਪਰਮਿਟ, ਸਪਾਊਸ ਡਿਪੈਂਡੈਂਟ ਵੀਜ਼ਾ ਜਿਹਨੂੰ ਆਪਾਂ ਸੇਮ ਕਹਿ ਸਕਦੇ ਹਾਂ, ਸੀ ਇਹ ਇੰਪਲੀਮੈਂਟ ਕੀਤਾ ਗਿਆ ਸੀ 3 ਸਾਲ ਪਹਿਲਾਂ ਐਜ਼ ਅ ਪਾਇਲਟ ਪ੍ਰੋਗਰਾਮ। ਸੋ ਇਸ ਨੂੰ ਪਾਇਲਟ ਪ੍ਰੋਗਰਾਮ ਲੈ ਕੇ ਇੰਪਲੀਮੈਂਟ ਕੀਤਾ ਗਿਆ ਸੀ ਅੱਜ ਤੋਂ 3-3.5 ਸਾਲ ਪਹਿਲਾਂ, ਕਿਉਂਕਿ ਉਹਨਾਂ ਨੇ ਦੇਖਿਆ ਕਿ ਬਹੁਤ ਸਾਰੇ ਸਟੂਡੈਂਟਸ ਜਿਹੜੇ ਕੈਨੇਡਾ ਪੜ੍ਹਨ ਆ ਰਹੇ ਆ ਉਹਨਾਂ ਦੇ ਸਪਾਊਸ ਕੈਨੇਡਾ ਕਿੱਦਾਂ ਆਉਣਗੇ। ਇਸ ਲਈ ਇਹ ਪ੍ਰੋਗਰਾਮ ਐਜ਼ ਐਨ ਪਾਇਲਟ ਪ੍ਰੋਗਰਾਮ ਇੰਪਲੀਮੈਂਟ ਕੀਤਾ ਗਿਆ ਕੈਨੇਡਾ ਵਿੱਚ, ਜਿਹਦੇ ਵਿੱਚ ਬਹੁਤ ਸਾਰੇ ਸਪਾਊਸ ਡਿਪੈਂਡੈਂਟ ਵੀਜ਼ਾਜ਼ ਇਸ਼ੂਜ਼ ਹੋਏ। ਉਹਨਾਂ ਦੇ ਸਪਾਊਸ ਡਿਪੈਂਡੈਂਟ ਦੇ ਸਪਾਊਸ ਦੇ ਨਾਲ ਬੱਚਿਆਂ ਨੂੰ ਵੀ ਵੀਜ਼ਾਜ਼ ਇਸ਼ੂ ਹੋਏ। ਸੋ ਇਸ ਪ੍ਰੋਗਰਾਮ ਨੂੰ ਲਾਸਟ ਮੰਥ ਪੱਕਾ ਕਰ ਦਿੱਤਾ ਗਿਆ। ਇਸ ਪ੍ਰੋਗਰਾਮ ਨੂੰ ਦੇਖਦਿਆਂ ਹੋਇਆਂ ਇਸ ਲਈ ਪੱਕਾ ਕਰ ਦਿੱਤਾ ਗਿਆ ਕਿਉਂਕਿ ਕੋਈ ਵੀ ਪਾਇਲਟ ਪ੍ਰੋਗਰਾਮ ਹੈ ਪਹਿਲਾਂ ਰਨ ਹੁੰਦਾ ਹੈ ਕਿ ਇਟ ਇਜ਼ ਸਕਸੈਸਫੁਲ ਔਰ ਨਾਟ, ਬਟ ਇਹ ਪ੍ਰੋਗਰਾਮ ਬਹੁਤ ਹੀ ਜ਼ਿਆਦਾ ਸਕਸੈਸਫੁਲ ਹੋਇਆ। ਜਿਵੇਂ ਕਿ ਤੁਹਾਨੂੰ ਪਤਾ ਹੋਏਗਾ ਹੋਰ ਵੀ ਕਾਫੀ ਸਾਰੇ ਪਾਇਲਟ ਪ੍ਰੋਗਰਾਮਸ ਹੈਗੇ ਆ, ਜਿਵੇਂ ਅਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ, ਰੀਜਨਲ ਨਾਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ, ਜਿਨ੍ਹਾਂ ਦਾ ਸਕਸੈਸ ਰੇਟ ਦੇਖਾ ਕਰਨ ਤੋਂ ਬਾਅਦ ਉਹਨਾਂ ਨੂੰ ਮਿਨਿਸਟਰੀ ਪੱਕਾ ਕਰ ਦਿੰਦੀ ਹੈ। ਸੋ ਇਸ ਪ੍ਰੋਗਰਾਮ ਨੂੰ ਵੀ ਪੱਕਾ ਕਰ ਦਿੱਤਾ ਗਿਆ। ਇਹ ਬਹੁਤ ਵੱਡੀ ਖੁਸ਼ਖਬਰੀ ਹੈ ਜਿਨ੍ਹਾਂ ਦੇ ਸਪਾਊਸ ਕੈਨੇਡਾ ਜਾਣਾ ਚਾਹੁੰਦੇ ਆ ਜਾਂ ਜਿਹੜੇ ਸਟੂਡੈਂਟਸ ਫਿਊਚਰ ਵਿੱਚ ਆਪਣੇ ਸਪਾਊਸ ਨੂੰ ਕੈਨੇਡਾ ਲੈ ਕੇ ਜਾਣਾ ਚਾਹੁੰਦੇ ਆ, ਉਹਨਾਂ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਹੈ। ਸੋ ਹੁਣ ਮੈਨੂੰ ਬਹੁਤ ਸਾਰੇ ਕੁਐਸਚਨਸ ਇੱਦਾਂ ਦੇ ਆਉਂਦੇ ਆ ਕਿ ਸਪਾਊਸ ਵੀਜ਼ਾ 'ਚ ਅਸੀਂ ਇਕੱਠੇ ਜਾ ਸਕਦੇ ਹਾਂ ਕਿ ਨਹੀਂ ਜਾ ਸਕਦੇ ਹਾਂ। ਸੋ ਮੈਂ ਸਟੂਡੈਂਟਸ ਨੂੰ ਕਹਾਂਗਾ ਜਾਂ ਜਿਹੜੇ ਵੀ ਉਹਨਾਂ ਦੇ ਸਪਾਊਸਿਸ ਆ ਉਹਨਾਂ ਨੂੰ ਕਹਾਂਗਾ, ਕਲਾਇੰਟਸ ਨੂੰ, ਕਿ ਯੈਸ ਯੂ ਕੈਨ ਫਾਈਲ ਯੋਰ ਸਪਾਊਸ ਡਿਪੈਂਡੈਂਟ ਵੀਜ਼ਾ ਟੂਗੈਦਰ, ਬਟ ਸੀ ਦੇਰ ਆਰ ਚਾਂਸਿਸ ਕਿ ਜਿਹੜੀ ਤੁਹਾਡੀ ਮੇਨ ਫਾਈਲ ਹੈ ਉਹ ਵੀ ਰਿਫਿਊਜ਼ ਨਾ ਹੋ ਜਾਏ। ਸੋ ਇਸ ਲਈ ਮੈਂ ਹਰ ਸਟੂਡੈਂਟ ਨੂੰ ਗਾਈਡ ਕਰਦਾ ਕਿ ਪਹਿਲਾਂ ਸਟੂਡੈਂਟ ਆਪਣੀ ਵੀਜ਼ਾ ਅਪਰੂਵ ਕਰਾਏ, ਫਿਰ ਉਹ 6 ਮਹੀਨੇ ਦੀ ਪੜ੍ਹਾਈ ਕਰੇ ਔਰ ਆਪਣੀਆਂ ਟ੍ਰਾਂਸਕ੍ਰਿਪਟਸ ਨਾਲ ਜ਼ਰੂਰ ਲਾਏ ਜਦੋਂ ਸਪਾਊਸ ਡਿਪੈਂਡੈਂਟ ਵੀਜ਼ਾ ਅਪਲਾਈ ਕਰਨਾ ਅਸੀਂ ਕੈਨੇਡਾ ਦਾ। ਸੋ ਉਹਦੇ ਨਾਲ ਇਹ ਹੋ ਜਾਏਗਾ ਕਿ ਯੋਰ ਸਪਾਊਸ ਇਜ਼ ਅ ਜੈਨੂਇਨ ਸਟੂਡੈਂਟ ਐਂਡ ਨਾਓ ਯੂ ਵਾਂਟ ਟੂ ਜੁਆਇਨ ਯੋਰ ਸਪਾਊਸ ਐਂਡ go to Canada. So this is also a fact. Yes, you can apply together, but ਸਾਨੂੰ ਪ੍ਰੋਫਾਈਲ ਟੂ ਪ੍ਰੋਫਾਈਲ ਅਸੈਸ ਕਰਨਾ ਪਏਗਾ ਕਿ ਤੁਸੀਂ ਇਕੱਠੇ ਆਪਣੀ ਫਾਈਲ ਲਾ ਸਕਦੇ ਹੋ ਕਿ ਨਹੀਂ ਲਾ ਸਕਦੇ ਹੋ। ਸੋ ਜਿਹੜੇ ਵੀ ਆਪਣੀ ਸਪਾਊਸ ਡਿਪੈਂਡੈਂਟ ਵੀਜ਼ਾ ਦੀ ਫਾਈਲ ਲਾਣਾ ਚਾਹੁੰਦੇ ਹੈ, they can take my advice. You can email me your documents at info@landmarkimmigration.com or you can call us at 9041390412. ਸੋ ਹੁਣ ਗੱਲ ਕਰਦੇ ਹਾਂ ਅਸੀਂ ਕਿ ਕਾਫੀ ਸਾਰੇ ਸਟੂਡੈਂਟਸ ਇੱਦਾਂ ਦੇ ਸਵਾਲ ਆਉਂਦੇ ਮਨ 'ਚ ਕਿ ਇੰਟਰਵਿਊ ਹੁੰਦੀ ਹੈ ਸਪਾਊਸ ਡਿਪੈਂਡੈਂਟ ਵੀਜ਼ਾ 'ਚ। ਅਸੀਂ ਦੇਖੋ ਹੁਣ ਤੱਕ ਜਿੰਨੇ ਵੀ ਕੇਸਿਸ ਅਸੀਂ ਲਗਾਏ ਆ ਉਹਨਾਂ ਵਿੱਚ ਇੰਟਰਵਿਊ ਨਹੀਂ ਆਈ ਹੈ ਕਿਸੇ ਵੀ ਕੈਂਡੀਡੇਟ ਦੀ। ਤੁਸੀਂ ਜੇ ਅਪਲਾਈ ਕਰਦੇ ਹੋ ਤਾਂ 1% ਚਾਂਸ ਜ਼ਰੂਰ ਹੁੰਦਾ ਇੰਟਰਵਿਊ ਦਾ, ਬਟ ਅੱਜ ਤੱਕ ਕਿਸੇ ਵੀ ਕੈਂਡੀਡੇਟ ਦੀ ਇੰਟਰਵਿਊ ਨਹੀਂ ਆਈ ਹੈ ਸਪਾਊਸ ਡਿਪੈਂਡੈਂਟ ਵੀਜ਼ਾ 'ਚ। ਬਟ ਯੈਸ, ਵੀ ਕੈਨ ਨਾਟ ਇਗਨੋਰ that, and if the visa officer is not satisfied with the documents then they can definitely ask for an interview. ਸੋ ਫਿਰ ਅਸੀਂ ਗੱਲ ਕਰਦੇ ਹਾਂ ਕਿ ਰਿਫਿਊਜ਼ਡ ਜਿਹੜੇ ਕੇਸਿਸ ਰਿਫਿਊਜ਼ ਹੈਗੇ ਆ ਸਪਾਊਸ ਡਿਪੈਂਡੈਂਟ ਕੈਟਾਗਰੀ 'ਚ, will they stand a chance to get a visa again? Yes, I will tell you that if you are refused once under this category, spouse dependent visa category for Canada, then you can reapply. Maybe your documentations were not done properly and maybe you need to get your profile reassessed. We need to see that how you can get a visa again. So ਜਿਹੜੇ ਤੁਸੀਂ papers ਲਾਏ ਸੀ, they were not sufficient to prove that you are a genuine traveler and you want to support your spouse in study when you have to travel to Canada. So these all things will matter when you want to apply for spouse dependent visa. ਸੋ ਅਸੀਂ ਇਹ ਗੱਲ ਕੀਤੀ ਕਿ ਤੁਸੀਂ ਇੰਟਰਵਿਊ ਵੀ ਬਹੁਤ ਘੱਟ ਚਾਂਸਸ ਹੈ, ਤੁਸੀਂ ਇਕੱਠੇ ਫਾਈਲ ਅਪਲਾਈ ਕਰ ਸਕਦੇ ਹੋ, ਬਟ ਕੀ ਕਹਿੰਦੇ ਆ ਉਹਦੇ ਵਿੱਚ ਆਈ ਸੁਜੈਸਟ ਦੈਟ ਯੂ ਅਪਲਾਈ ਆਫਟਰ 6 months. ਸੈਕੰਡਲੀ ਜਿਹੜੇ ਰਿਫਿਊਜ਼ ਸਟੂਡੈਂਟਸ ਹੈਗੇ, ਰਿਫਿਊਜ਼ ਸਪਾਊਸ ਡਿਪੈਂਡੈਂਟ ਕੈਟਾਗਰੀ ਦੇ ਅੰਡਰ ਹੈਗੇ ਆ, ਯੈਸ ਦੇ ਕੈਨ ਰੀਅਪਲਾਈ। ਸੋ ਫਿਰ ਕਾਫੀ ਸਾਰੇ ਸਟੂਡੈਂਟਸ ਇਹ ਪੁੱਛਦੇ ਆ ਕਿ ਜੇ ਅਸੀਂ ਰੀਅਪਲਾਈ ਕਰਦੇ ਹਾਂ, ਵਾਟ ਇਜ਼ ਦ ਵੀਜ਼ਾ ਗਾਰੰਟੀ? See, no consultant can give you guarantee because visa officer is the person who issues the visa, and if they are not convinced your profile, nobody can give you guarantee. But we can properly guide you that which all documents are needed in your file, how your file has to be presented in the I commission, and how we can guide you for those
ਥਿੰਗਸ। ਫਿਰ ਅਸੀਂ ਗੱਲ ਕਰਦੇ ਹਾਂ ਕਿ ਬਹੁਤ ਸਾਰੇ ਸਟੂਡੈਂਟਸ ਇੱਦਾਂ ਦੇ ਜਿਨ੍ਹਾਂ ਨੇ ਆਫਲਾਈਨ ਫਾਈਲ ਪੁੱਟ ਕੀਤੀਆਂ ਸੀ ਸਪਾਊਸ ਡਿਪੈਂਡੈਂਟ ਵੀਜ਼ਾ ਦੀਆਂ, ਉਹਨਾਂ ਉੱਤੇ ਰਿਜ਼ਲਟਸ ਨਹੀਂ ਆਏ, ਦੇਰ ਇਜ਼ ਅ ਡਿਲੇ ਬਿਕੋਜ਼ ਉਹ ਫਾਈਲਾਂ ਸਾਰੀਆਂ ਹੀ VFS ਵਿੱਚ ਹੈਗੀਆਂ। ਔਰ ਤੁਹਾਨੂੰ ਪਤਾ ਹੀ ਕਿ ਆਫਲਾਈਨ ਫਾਈਲਸ ਨੂੰ ਲੈ ਕੇ ਹਾਈ ਕਮਿਸ਼ਨ ਨੇ ਪਹਿਲਾਂ ਹੀ ਕਹਿਤਾ ਸੀ ਕਿ ਵੀ ਵਿਲ ਨਾਟ ਬੀ ਪ੍ਰੋਸੈਸਿੰਗ ਐਨੀ ਆਫਲਾਈਨ ਫਾਈਲਸ ਅੰਟਿਲ ਫਰਦਰ ਨੋਟਿਸ। ਐਂਡ ਕੁਛ ਦੇ ਡਾਕੂਮੈਂਟਸ ਵੀ ਉਹਨਾਂ ਨੂੰ ਵਾਪਸ ਮਿਲ ਗਏ, ਕੁਛ ਦੇ ਪਾਸਪੋਰਟ ਵੀ ਵਾਪਸ ਭੇਜ ਦਿੱਤੇ ਗਏ ਸੀ। ਸੋ ਆਨਲਾਈਨ ਤੁਸੀਂ ਫਾਈਲ ਲਗਾ ਸਕਦੇ ਹੋ। ਹਾਂਜੀ, ਅੱਜ ਦੀ ਡੇਟ 'ਚ ਵੀ ਤੁਸੀਂ ਆਪਣੀ ਫਾਈਲ ਲੌਂਚ ਕਰ ਸਕਦੇ ਹੋ ਸਪਾਊਸ ਦੀ। ਸੋ ਜੇ ਤੁਹਾਡੇ ਸਪਾਊਸ ਨੇ ਜਿਹੜੇ ਕਿ ਸਟੂਡੈਂਟ ਹੈ, ਉਹਨਾਂ ਨੇ ਇੱਕ ਸਮੈਸਟਰ ਦੀ ਪੜ੍ਹਾਈ ਖਤਮ ਕਰ ਲਈ ਹੈ, ਚਾਹੇ ਇੰਡੀਆ 'ਚ ਰਹਿ ਕੇ ਹੀ ਕਰ ਲਈ ਹੈ, ਤਾਂ ਵੀ ਤੁਸੀਂ ਆਪਣੀ ਸਪਾਊਸ ਡਿਪੈਂਡੈਂਟ ਦੀ ਫਾਈਲ ਲਾ ਸਕਦੇ ਹੋ। ਕਿਉਂਕਿ ਕੁਝ ਸਪਾਊਸ ਕੈਨੇਡਾ 'ਚ ਹੈਗੇ ਆ ਔਰ ਤੁਸੀਂ ਇੱਥੇ ਹੋ ਐਂਡ ਯੂ ਵਾਂਟ ਟੂ ਜੁਆਇਨ them in Canada, then also you can start the process of your spouse dependent visa and we can lodge your file online and you can go and travel to your spouse। and ਇਹ ਕੋਵਿਡ ਦੇ ਦੌਰਾਨ ਵੀ ਕੁਝ ਸਟੂਡੈਂਟ ਸਪਾਊਸ ਨੂੰ ਅਸੀਂ ਹੱਲੇ ਵੀ ਉਹ ਕੈਨੇਡਾ ਗਏ ਆ ਕੋਵਿਡ ਟਾਈਮ ਦੇ ਦੌਰਾਨ ਵੀ, ਜਿਨ੍ਹਾਂ ਦੇ ਵੀਜ਼ਾਸ ਪਹਿਲਾਂ ਲੱਗ ਚੁੱਕੇ ਸੀ 18 ਮਾਰਚ ਤੋਂ ਪਹਿਲਾਂ ਐਂਡ ਦੇ ਹੈਵ ਟਰੈਵਲ ਟੂ ਕੈਨੇਡਾ। ਸੋ ਕੋਈ ਵੀ ਅਸੈਸਮੈਂਟ ਕਰਾਉਣਾ ਚਾਹੁੰਦੇ ਹੋ, ਯੂ ਕੈਨ ਕਾਲ ਅਸ ਐਟ 90 413 90 412 or you can email me at info@landmarkimmigration.com, and if you need any assistance for any kind of visa, you can get in touch with our expert team. Thank you.